मेरा पिंड मेरे खेत प्रोग्राम ਵਿੱਚ ਕਿਸਾਨ ਦੋਸਤੋ ਤੁਹਾਡਾ ਸਵਾਗਤ ਹੈ। ਬਹੁਤ ਹੀ ਇੱਕ ਅਹਿਮ ਵਿਸ਼ੇ ਤੇ ਗੱਲਬਾਤ ਕਰਨ ਅਸੀਂ ਜਾ ਰਹੇ ਹਾਂ। ਕਿਸਾਨਾਂ ਦੀ ਸੇਵਾ ਵਿੱਚ ਵਰਚੁਅਲ ਕਿਸਾਨ ਮੇਲਾ ਔਰ ਇਸ ਵਿਸ਼ੇ ਤੇ ਗੱਲਬਾਤ ਕਰਨ ਵਾਸਤੇ ਸਾਡੇ ਦਰਮਿਆਨ ਪਹੁੰਚੇ ਨੇ ਡਾਕਟਰ ਜਸਕਰਨ ਸਿੰਘ ਮਾਹਲ ਜੋ ਡਾਇਰੈਕਟਰ ਪਸਾਰ ਸਿੱਖਿਆ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵਿਖੇ ਸੇਵਾ ਨਿਭਾ ਰਹੇ ਨੇ। ਸੋ ਕਿਸਾਨ ਭਰਾਵੋ ਤੁਸੀਂ ਜਾਣਦੇ ਹੋ ਕਿ पंजाब एग्रीकल्चर यूनिवर्सिटी लुधियाना साल दे विच दो किसान मेले लगाउंदे ने, एक मार्च विच एक सितंबर विच। और ये सितंबर का मेला जो पंजाब एग्रीकल्चर यूनिवर्सिटी लुधियाना विशेष तौर पर एक वर्चुअल जां ऑनलाइन किसान मेला लाउण जा रही है और ये बारे जानकारी लैंदे आ कि तुसीं किस तरह घरे बैठे वक्रे वक्रे बीज वक्रियां वक्रियां प्रदर्शनियां इस तरह ही फलदार बूटे खेती ਸਾਹਿਤ ਤੇ ਹੋਰ ਜਾਣਕਾਰੀ ਕਿਵੇਂ ਤੁਸੀਂ ਲੈ ਸਕਦੇ ਹੋ ਔਰ ਕਿਸ ਤਰ੍ਹਾਂ ਇਸ ਮੇਲੇ ਦੇ ਨਾਲ ਜੁੜ ਸਕਦੇ ਹੋ। ਆਓ ਗੱਲਬਾਤ ਕਰਦੇ ਹਾਂ ਡਾਕਟਰ ਮਾਹਲ ਸਾਹਿਬ ਹੋਣਾ ਨਾਲ। ਮਾਹਲ ਸਾਹਿਬ ਤੁਹਾਡਾ ਸਵਾਗਤ ਹੈ ਸਾਡੇ ਮੇਰਾ ਪਿੰਡ ਮੇਰੇ ਖੇਤ ਪ੍ਰੋਗਰਾਮ ਵਿੱਚ। ਸੋ ਸਭ ਤੋਂ ਪਹਿਲਾਂ ਗੱਲ ਆਉਂਦੀ ਹੈ ਕਿ ਜਿਹੜਾ ਸਮਾਂ ਜਾ ਰਿਹਾ ਹੈ ਇਹ ਕਾਫੀ ਉਹੋ ਜਿਹਾ ਕੋਵਿਡ ਦਾ ਚੱਲ ਰਿਹਾ ਹੈ ਔਰ ਮਹਾਂਮਾਰੀ ਦਾ ਚੱਲ ਰਿਹਾ ਔਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਉਸੇ ਤਰ੍ਹਾਂ ਹੀ ਉਸੇ ਸਪੀਡ ਦੇ ਵਿੱਚ ਉਸੇ ਤਰ੍ਹਾਂ ਤਤਪਰਤਾ ਦੇ ਨਾਲ ਕਿਸਾਨਾਂ ਦੀ ਸੇਵਾ ਜਿਹੜੀ ਉਹ ਕਰ ਰਹੇ। ਸੋ ਡਾਕਟਰ ਸਾਹਿਬ ਜਿਹੜੇ ਕਿਸਾਨ ਮੇਲੇ ਨੇ ਉਹ ਤੁਹਾਡੀ ਰਹਿਨਮਾਈ ਹੇਠ ਲੱਗਦੇ ਨੇ ਔਰ ਜਿਹੜਾ ਹੁਣ ਸਤੰਬਰ ਦਾ ਕਿਸਾਨ ਮੇਲਾ ਹੈ ਇਹਨੂੰ ਤੁਸੀਂ ਕੀ ਸੋਚ ਕੇ ਔਰ ਕਿਹੜੇ ਤਰੀਕੇ ਦੇ ਨਾਲ ਇਹਨੂੰ ਲਗਾਉਣ ਜਾ ਰਹੇ ਹੋ ਔਰ ਕਿਹੜੀਆਂ ਤਰੀਕਾਂ ਨੂੰ ਤੁਸੀਂ ਲਾਉਣ ਜਾ ਰਹੇ ਹੋ। ਪੰਜਾਬ ਐਗਰੀਕਲਚਰ ਯੂਨੀਵਰਸਿਟੀ ਹਮੇਸ਼ਾ ਕਿਸਾਨਾਂ ਦੀ ਸੇਵਾ 'ਚ ਹਾਜ਼ਰ ਰਹੀ ਆ, ਪਹਿਲੀ ਗੱਲ। ਦੂਸਰੀ ਗੱਲ, ਕੋਈ ਵੀ ਕੰਮ ਰੋਕਿਆ ਜਾ ਸਕਦਾ ਪਰ ਖੇਤੀਬਾੜੀ ਨਹੀਂ ਰੋਕੀ ਜਾ ਸਕਦੀ। ਸੋ ਇਸ ਗੱਲ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਜਿਹੜੇ ਹਾਲਾਤ ਚੱਲ ਰਹੇ ਨੇ, ਤੁਸੀਂ ਜ਼ਿਕਰ ਕੀਤਾ ਹੈ ਕਿ ਕਰੋਨਾ ਦੀ ਮਹਾਂਮਾਰੀ ਚੱਲ ਰਹੀ ਹੈ, ਕੋਵਿਡ-19 ਜਿਹਨੂੰ ਕਹਿ ਰਹੇ ਹਾਂ, ਅਤੇ ਉਹ ਮਹਾਂਮਾਰੀ ਦੇ ਚੱਲਦੇ ਇਕੱਠ ਨਹੀਂ ਕੀਤੇ ਜਾ ਸਕਦੇ। ਸਿਹਤ ਸਭ ਤੋਂ ਪਹਿਲਾਂ ਜਾਨ ਹੈ ਜਹਾਨ ਹੈ। ਅਸੀਂ ਆਪਣੇ ਆਪ ਨੂੰ ਬਚਾਉਣਾ ਵੀ ਆ ਪਰ ਅਸੀਂ ਖੇਤੀ ਨੂੰ ਬੰਦ ਵੀ ਨਹੀਂ ਕਰ ਸਕਦੇ ਕਿਉਂਕਿ ਅਸੀਂ ਭੁੱਖ ਨਾਲ ਵੀ ਨਹੀਂ ਮਰਨਾ ਹੈਗਾ, ਨਾ ਆਪ ਮਰਨਾ ਨਾ ਕਿਸੇ ਆਪਣੇ ਹਿੰਦੁਸਤਾਨੀ ਨੂੰ ਪੰਜਾਬੀ ਨੂੰ ਮਰਨ ਦੇਣਾ। ਸੋ ਇਸ ਗੱਲ ਦੀ ਮਹੱਤਤਾ ਨੂੰ ਸਮਝਦੇ ਹੋਏ ਅਸੀਂ ਫੈਸਲਾ ਕੀਤਾ ਕਿ ਇਸ ਵਾਰੀ ਜਿਹੜਾ ਮੇਲਾ ਲਾਵਾਂਗੇ ਸਤੰਬਰ ਮਹੀਨੇ ਦਾ, ਉਹ 18 ਅਤੇ 19 ਸਤੰਬਰ ਨੂੰ ਲਾ ਰਹੇ ਹਾਂ ਅਸੀਂ, ਅਤੇ ਉਹ ਜਿਹੜਾ ਹੈਗਾ ਔਨਲਾਈਨ ਮੇਲਾ ਹੋਵੇਗਾ, ਉਹ ਵਰਚੁਅਲ ਮੇਲਾ ਹੋਵੇਗਾ। ਅੱਜ ਕੱਲ੍ਹ ਵਰਚੁਅਲ ਮੀਟਿੰਗਾਂ, ਵਰਚੁਅਲ ਮੇਲੇ, ਵਰਚੁਅਲ ਕਾਨਫਰੰਸਾਂ ਦਾ ਅਕਸਰ ਜ਼ਿਕਰ ਕੀਤਾ ਜਾਂਦਾ। ਵਰਚੁਅਲ ਦਾ ਮਤਲਬ ਹੈ ਕਿ ਹੋਊਗੀ ਉਹ ਅਸਲੀ ਵਰਗੀ ਪਰ ਹੋਊਗੀ ਉਹ ਕੰਪਿਊਟਰ ਦੀ ਸਕਰੀਨ ਦੇ ਉੱਤੇ ਜਾਂ ਤੁਹਾਡੇ ਮੋਬਾਈਲ ਫੋਨ ਦੀ ਸਕਰੀਨ ਦੇ ਉੱਤੇ ਜਾਂ ਲੈਪਟਾਪ ਦੀ ਸਕਰੀਨ ਦੇ ਉੱਤੇ। ਅਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹ ਅਸਲੀ ਮੇਲੇ ਦੇ ਰੂਪ ਵਿੱਚ ਹੋਵੇ। ਸੋ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ, ਖੇਤੀ ਦੀ ਮਹੱਤਤਾ ਨੂੰ ਸਮਝਦੇ ਹੋਏ, ਕਿਸਾਨੀ ਬਾਰੇ ਸਾਡੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਸਤੰਬਰ ਮਹੀਨੇ ਦਾ ਮੇਲਾ ਅਸੀਂ ਵਰਚੁਅਲ ਤਰੀਕੇ ਨਾਲ ਲਾ ਰਹੇ ਹਾਂ ਇਸ ਵਾਰ। ਡਾਕਟਰ ਸਾਹਿਬ ਤਕਰੀਬਨ 54-55 ਸਾਲਾਂ ਬਾਅਦ ਇਹ ਤੁਸੀਂ ਮੇਲਾ ਜਿਹੜਾ ਵਾ ਇਹਨੂੰ ਇਸ ਰੂਪ 'ਚ ਲਾ ਰਹੇ ਹੋ ਕਿਉਂਕਿ ਪਹਿਲਾਂ 1966 ਦੇ ਵਿੱਚ ਜਦੋਂ ਤੁਸੀਂ ਮੇਲੇ ਸਟਾਰਟ ਕੀਤੇ ਤਾਂ ਲੋਕ ਜਿਹੜੇ ਨੇ ਉਹ ਇੱਥੇ ਆਉਂਦੇ ਸੀ, ਇੱਥੋਂ ਤੁਹਾਡੇ ਕੋਲੋਂ ਬੀਜ ਲੈ ਕੇ ਜਾਂਦੇ ਸੀ, ਖੇਤੀ ਸਾਹਿਤ ਲੈ ਕੇ ਜਾਂਦੇ ਸੀ, ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਸੀ। ਔਰ ਅੱਜ ਉਸ ਮੇਲੇ ਨੂੰ ਇਹਨਾਂ ਹਾਲਾਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਤੁਸੀਂ ਕਿਸਾਨਾਂ ਦੇ ਕੋਲ ਉਹਨਾਂ ਨੂੰ ਐਵੇਂ ਲੱਗੂਗਾ ਕਿ ਮੈਂ ਘਰੇ ਬੈਠਾ ਹੀ ਸਾਰੀ ਯੂਨੀਵਰਸਿਟੀ ਦਾ ਨਜ਼ਾਰਾ ਉਸ ਮੇਲੇ ਦਾ ਦੇਖ ਲਿਆ। ਸੋ ਡਾਕਟਰ ਸਾਹਿਬ ਹੁਣ ਗੱਲ ਆਉਂਦੀ ਆ ਕਿ ਸਾਡੇ ਕਿਸਾਨ ਭਰਾ ਹੁਣ ਸੁਣ ਰਹੇ ਨੇ ਅਤੇ ਉਹ ਬੜੇ ਇਸ ਤਤਪਰ ਨੇ ਕਿ ਉੱਥੇ ਤਾਂ ਜਾ ਕੇ ਆਹ ਚੀਜ਼ਾਂ ਵੇਖੀ ਦੀਆਂ ਸੀ ਵੀ ਕੀ ਇਹ ਸਾਨੂੰ ਸਾਡੇ ਮੋਬਾਈਲ 'ਤੇ ਜਾਂ ਸਾਡੇ ਕੰਪਿਊਟਰ 'ਤੇ ਇਹੋ ਜਿਹੇ ਮੇਲੇ ਦਿਖਾਉਣਗੇ ਅਤੇ ਜਾਂ ਮੈਂ ਕਿਸ ਤਰ੍ਹਾਂ ਇਸ ਮੇਲੇ ਨਾਲ ਜੁੜ ਜੂੰਗਾ ਕਿਉਂਕਿ ਟੈਲੀਫੋਨ 'ਤੇ ਗੱਲਾਂ ਬਾਤਾਂ ਤੋਂ ਕਰਦੇ ਰਹਿੰਦੇ ਵੀ ਉਹ ਸਾਰਾ ਕੁਝ ਕਿਸ ਤਰ੍ਹਾਂ ਵੇਖਣਗੇ। ਅਤੇ ਉਹ ਕੀ ਤੁਸੀਂ ਉਹਨਾਂ ਨੂੰ ਕੋਈ ਲਿੰਕ ਦੇ ਰਹੇ ਹੋ ਜਾਂ ਤੁਹਾਡਾ ਸਿਸਟਮ ਕੀ ਹੋਊਗਾ ਜਿਹਦੇ ਨਾਲ ਇੰਨਾ ਕਿਸਾਨ, ਕਿਉਂਕਿ ਮੈਨੂੰ ਤਾਂ ਲੱਗਦਾ ਜੀ ਇੱਥੇ ਤਕਰੀਬਨ 1.5 ਲੱਖ ਕਿਸਾਨ ਆ ਜਾਂਦਾ ਰਿਹਾ ਅਤੇ ਲੱਖ ਕਿਸਾਨ ਤੁਹਾਡੇ ਨਾਲ ਜੋੜਨਾ ਜਿਹੜਾ ਬੜੀ ਵੱਡੀ ਗੱਲ ਹੋ ਜਾਣੀ ਆ। ਸੋ ਇਹਨੂੰ ਕਿਸ ਤਰ੍ਹਾਂ ਮੈਨੇਜ ਕਰੋਗੇ ਡਾਕਟਰ ਸਾਹਿਬ? ਇਹ ਦੇਖਣ ਨੂੰ ਸੋਚਣ ਨੂੰ ਲੱਗਦਾ ਹੈ ਕਿ ਬਹੁਤ ਵੱਡਾ ਇਹ ਜਿਹੜਾ ਹੈਗਾ ਚੈਲੰਜ ਹੈ ਕਿ ਐਡੇ ਵੱਡੇ ਗਿਣਤੀ ਦੇ ਵਿੱਚ ਕਿਸਾਨਾਂ ਨੂੰ ਕਿੱਦਾਂ ਜੋੜਿਆ ਜਾਊਗਾ। ਪਰ ਤੁਸੀਂ ਦੂਸਰੀ ਜਿਹੜੀ ਗੱਲ ਮੈਂ ਇੱਥੇ ਕਹਿਣੀ ਚਾਹੂੰਗਾ ਕਿ ਇਲੈਕਟ੍ਰੋਨਿਕਸ ਦਾ, ਕਮਿਊਨੀਕੇਸ਼ਨ ਦਾ, ਕੰਪਿਊਟਰਾਂ ਦਾ, ਇੰਟਰਨੈੱਟ ਦਾ ਜ਼ਮਾਨਾ। ਇੱਕ ਟਾਈਮ ਹੁੰਦਾ ਸੀ
ਕਬੂਤਰ ਚਿੱਠੀਆਂ ਲੈ ਕੇ ਜਾਂਦੇ ਹੁੰਦੇ ਸੀ ਤੇ ਹੁਣ ਹਰ ਬੰਦੇ ਦੀ ਜੇਬ ਦੇ ਵਿੱਚ, ਛੋਟੇ ਛੋਟੇ ਨੌਜਵਾਨਾਂ ਦੀਆਂ ਜੇਬਾਂ ਦੇ ਵਿੱਚ ਵੀ ਸਮਾਰਟਫੋਨ ਨੇ। ਸੋ ਘਰ ਬੈਠੇ ਅਸੀਂ ਕਿਸੇ ਦੇ ਨਾਲ ਵੀ ਵੀਡੀਓ ਤੇ ਗੱਲ ਕਰ ਸਕਦੇ ਹਾਂ, ਕੋਈ ਵੀ ਵੀਡੀਓ ਅਸੀਂ ਸ਼ੇਅਰ ਕਰ ਸਕਦੇ ਹਾਂ। ਫੇਸਬੁੱਕ ਦੇ ਨਾਲ ਜਾਂ ਇੱਦਾਂ ਦੀਆਂ ਜਿਹੜੀਆਂ ਹੋਰ ਪਲੇਟਫਾਰਮ ਨੇ, ਇਹਨਾਂ ਨੇ ਬਿਲਕੁਲ ਹੀ ਜਿਹੜਾ ਕਮਿਊਨੀਕੇਸ਼ਨ ਦਾ, ਆਪਸ ਵਿੱਚ ਮੇਲ ਜੋਲ ਦਾ, ਗੱਲਬਾਤ ਕਰਨ ਦਾ ਤਰੀਕਾ ਹੈਗਾ, ਉਹ ਬਿਲਕੁਲ ਬਦਲਤਾ। ਸੋ ਅਸੀਂ ਤਕਰੀਬਨ ਕੰਪਿਊਟਰ ਦੀਆਂ ਸਕਰੀਨਾਂ ਦੇ ਉੱਤੇ ਜਾਂ ਮੋਬਾਈਲ ਫੋਨ ਦੀਆਂ ਸਕਰੀਨਾਂ ਦੇ ਉੱਤੇ ਘਰ ਬੈਠੇ ਕਿਸੇ ਵੀ ਥਾਂ ਦੀ ਚੀਜ਼ ਨੂੰ ਇੰਨ-ਬਿੰਨ ਦੇਖ ਸਕਦੇ ਹਾਂ। ਸੋ ਉਸੇ ਚੀਜ਼ ਨੂੰ ਮੁੱਖ ਰੱਖਦੇ ਹੋਏ ਇਹ ਜਿਹੜਾ ਵਰਚੁਅਲ ਮੇਲਾ ਹੈ, ਇਹ ਵੀ ਉਸੇ ਕਿਸਮ ਦਾ ਮੇਲਾ ਹੈ। ਜਦੋਂ ਇੱਕ ਸਮਾਂ ਸੀ ਚਿੱਠੀਆਂ ਚੱਲਦੀਆਂ ਸੀ, ਚਿੱਠੀਆਂ ਲਿਖਦੇ ਸੀ ਅਸੀਂ, ਕਿਸੇ ਡਾਕੀਏ ਦੀ ਇੰਤਜ਼ਾਰ ਕਰਦੇ ਸੀ। ਹੁਣ ਇੱਕ ਟੂੰ ਦੀ ਆਵਾਜ਼ ਆਉਂਦੀ ਆ, ਅਸੀਂ ਜੇਬ 'ਚੋਂ ਕੱਢ ਕੇ ਦੇਖਦੇ ਵੀ ਕਿਹਦਾ ਮੈਸੇਜ ਆ ਗਿਆ, ਕਿਹਦਾ ਸੁਨੇਹਾ ਆ ਗਿਆ, ਤੇ ਸਾਨੂੰ ਸਭ ਕੁਝ ਪਤਾ ਲੱਗ ਜਾਂਦਾ। ਸੋ ਇਹ ਜਿਹੜੀ ਟੈਕਨੋਲੋਜੀ ਆ, ਇਹਨੂੰ ਅਸੀਂ ਮੇਲੇ ਲਈ ਵਰਤਣਾ। ਤੇ ਸਾਡੇ ਕਿਸਾਨ ਬਹੁਤ ਅਗਾਂਹ ਵਧੂ ਨੇ, ਉਹਨਾਂ ਦੇ ਕੋਲ ਇਹ ਟੈਕਨੋਲੋਜੀ ਮੌਜੂਦ ਹੈ, ਤੇ ਉਸ ਗੱਲ ਨੂੰ ਅਸੀਂ ਧਿਆਨ 'ਚ ਰੱਖਦੇ ਹੋਏ ਕਿ ਅਸੀਂ ਕਿਸਾਨੀ ਤੱਕ ਪਹੁੰਚ ਸਕਦੇ ਹਾਂ। ਸਾਡਾ ਪੱਕਾ ਵਿਸ਼ਵਾਸ ਆ। ਤੁਸੀਂ ਕਿਹਾ ਸੀ ਕਿ ਲੱਖ, ਸਵਾ ਲੱਖ, 1.5 ਲੱਖ, ਮੈਂ ਤਾਂ ਕਹਿੰਦਾ ਇਹਦੇ ਵਿੱਚ ਕੋਈ ਹੱਦ ਹੀ ਨਹੀਂ ਹੈਗੀ। ਚਾਹੇ 10 ਲੱਖ ਕਿਸਾਨ ਸਾਡੇ ਨਾਲ ਜੁੜ ਜੇ। ਹਾਲਾਂਕਿ ਦੂਸਰੇ ਪਾਸੇ ਤਾਂ ਚੱਲ ਕੇ ਆਉਣਾ ਪੈਂਦਾ ਤੇ ਇੱਥੇ ਰਸ਼ ਵੀ ਹੁੰਦਾ, ਤੁਹਾਨੂੰ ਜਾਣਦੇ ਹੋ, ਤੁਸੀਂ ਟ੍ਰੈਫਿਕ ਜਾਮ ਵੀ ਲੱਗ ਜਾਂਦਾ ਕਈ ਵਾਰ ਮੇਲੇ 'ਚ, ਪਰ ਇਹਦੇ 'ਚ ਤਾਂ ਕੋਈ ਇੱਦਾਂ ਦੀ ਦਿੱਕਤ ਆਉਣੀ ਨਹੀਂ। ਤੇ ਡਾਕਟਰ ਸਾਹਿਬ, ਜੇ ਗੱਲ ਕਰੀਏ ਹੁਣ ਪ੍ਰਦਰਸ਼ਨੀਆਂ ਦੀ, ਕਿਉਂਕਿ ਸਾਡੇ ਬਹੁਤ ਜ਼ਿਆਦਾ ਕਿਸਾਨ ਜਿਹੜੇ ਸੀ ਉਹ ਜਿਹੜੀਆਂ ਸਾਡੀਆਂ ਖੇਤ ਪ੍ਰਦਰਸ਼ਨੀਆਂ ਹੁੰਦੀਆਂ ਸੀ ਨਾ, ਉੱਥੇ ਜਾ ਕੇ ਤੇ ਉਹਨਾਂ ਨੇ ਪੱਤਾ ਫੜ ਵੇਖਣਾ ਭਈ ਜਿਹੜਾ ਮੇਰੇ ਝੋਨਾ ਲੱਗਾ ਵਾ ਉਹ ਇਸ ਤਰ੍ਹਾਂ ਦਾ ਵਾ, ਤੇ ਆਹ ਯਾਰ ਬੜਾ ਕਾਲਾ ਹੋਇਆ ਪਿਆ ਵਾ, ਇਹ ਇੱਥੇ ਪੁੱਛੀਏ। ਅੱਛਾ, ਸਾਡੇ ਉੱਥੇ ਵਿਗਿਆਨੀ ਹੁੰਦੇ ਸੀ, ਸਾਡੇ ਵਿਗਿਆਨੀਆਂ ਨੂੰ ਉਹਨਾਂ ਨੇ ਸਵਾਲ ਪੁੱਛ ਲੈਣਾ ਵੀ ਇਹਨੂੰ ਜੀ ਖਾਦ ਤੁਸੀਂ ਜ਼ਿਆਦਾ ਤਾਂ ਨਹੀਂ ਪਾਈ, ਜਾਂ ਥੋੜ੍ਹੇ ਸਮੇਂ 'ਚ ਤਾਂ ਨਹੀਂ, ਜਾਂ ਆਹ ਤਾਂ ਨਹੀਂ, ਜਾਂ ਆਹ ਤਾਂ ਨਹੀਂ। ਮਤਲਬ ਉਹ ਇੰਨੀਆਂ ਗੱਲਾਂ ਬਾਤਾਂ ਉਹ ਖੇਤ ਪ੍ਰਦਰਸ਼ਨੀਆਂ ਦੇ ਵਿੱਚ ਕਰਦੇ ਸੀ। ਹੁਣ ਇੱਥੇ ਜਿਵੇਂ ਤੁਹਾਡੀ ਗੱਲ ਹੈ ਕਿ ਖੇਤ ਪ੍ਰਦਰਸ਼ਨੀ ਤਾਂ ਤੁਸੀਂ ਚਲੋ ਫਿਲਮਾਂ ਰਾਹੀਂ ਵਿਖਾ ਦੋਗੇ, ਤੇ ਉਹ ਗੱਲ ਕਿਸ ਤਰ੍ਹਾਂ ਉਹਦੇ ਨਾਲ ਦੱਸਣਗੇ, ਜਾਂ ਸਾਡਾ ਕਿਸਾਨ ਜਿਹੜਾ ਸਾਡਾ ਵਿਗਿਆਨੀ ਆ ਉਹ ਕਿਵੇਂ ਐਕਸਪਲੇਨ ਕਰੂਗਾ ਉਹਨਾਂ ਨੂੰ ਵੀ ਆਹ ਵੈਰਾਈਟੀ ਆ, ਇਹਦਾ ਆਹ ਵਾ, ਇਹਦਾ ਆਹ ਵਾ, ਤਾਂ ਕਿ ਉਹ ਘਰ ਬੈਠੇ ਇਹ ਸੋਚਣ ਵੀ ਵਾਹ, ਮੈਨੂੰ ਤਾਂ ਸਾਰਾ ਕੁਝ ਹੀ ਇੱਥੇ ਮਿਲ ਗਿਆ। ਇਹਦੇ ਬਾਰੇ ਵੀ ਤੁਸੀਂ ਦੱਸ ਦਿਓ ਵੀ ਖੇਤ ਪ੍ਰਦਰਸ਼ਨੀਆਂ ਤੁਸੀਂ ਇਹਨਾਂ ਨੂੰ ਕਿਵੇਂ ਦਿਖਾਓਗੇ? ਇਹ ਰਿਆੜ ਸਾਹਿਬ ਬਿਲਕੁਲ ਸੰਭਵ ਹੋਊਗਾ ਇਸ ਮੇਲੇ ਦੇ ਵਿੱਚ। ਵਰਚੁਅਲ ਮੇਲਾ ਜਦੋਂ ਤੁਸੀਂ ਕਿਸੇ ਡੈਮੋਨਸਟ੍ਰੇਸ਼ਨ ਜਾਂ ਨੁਮਾਇਸ਼ ਜਿਹੜੀ ਕੋਈ ਲੱਗੀ ਹੋਈ ਹੈਗੀ ਆ, ਕੋਈ ਪ੍ਰਦਰਸ਼ਨੀ ਲੱਗੀ ਹੋਈ ਆ, ਉਹਦੀ ਤੁਸੀਂ ਫੋਟੋ, ਹਾਈ ਰੈਜ਼ੋਲੂਸ਼ਨ ਫੋਟੋ ਦੇਖੋਗੇ, ਤੁਹਾਨੂੰ ਇਦਾਂ ਹੀ ਲੱਗੂਗਾ ਕਿ ਉਹ ਤੁਸੀਂ ਅਸਲੀ ਪੱਤਾ ਦੇਖ ਰਹੇ ਹੋ। ਤੇ ਉਹਦੇ ਬਾਰੇ ਉਹਨੂੰ ਦੇਖ ਕੇ ਕਿਸੇ ਕਿਸਾਨ ਵੀਰ ਦਾ ਕੋਈ ਸਵਾਲ ਹੋਊਗਾ ਤਾਂ ਉਹ ਜਿਹੜੀ ਸਕਰੀਨ ਹੋਊਗੀ ਉਹਦੇ ਉੱਤੇ ਇੱਕ ਲਿੰਕ ਹੋਊਗਾ, ਲਿਖਿਆ ਹੋਊਗਾ ਮਾਹਰ ਨਾਲ ਗੱਲਬਾਤ ਕਰੋ, ਵਿਗਿਆਨੀ ਨਾਲ ਗੱਲਬਾਤ ਕਰੋ, ਵਿਗਿਆਨੀ ਤੋਂ ਸਵਾਲ ਪੁੱਛੋ। ਜਦੋਂ ਉਹਦੇ ਇੱਕ ਉਂਗਲ ਲਾਉਣੀ ਹੈਗੀ ਆ ਤਾਂ ਸਿੱਧਾ ਜਿਹੜਾ ਕਨੈਕਸ਼ਨ ਹੈਗਾ ਉਹ ਸੰਬੰਧਿਤ ਮਾਹਰ ਨਾਲ ਜੁੜ ਜਾਣਾ। ਵਾਹ। ਤੇ ਉਹਦੇ ਵਿੱਚ ਇਹ ਤਾਂ ਕਦੀ ਕਦਾਈ ਹੋ ਸਕਦਾ ਵੀ 2-4 ਮਿੰਟ ਲੇਟ ਜੁੜੇ, ਕਿਉਂਕਿ ਰਸ਼ ਜੇ ਜ਼ਿਆਦਾ ਹੁੰਦਾ, ਪਰ ਉਹ ਕਨੈਕਸ਼ਨ ਜੁੜੂਗਾ ਉੱਥੇ ਹੀ ਜਿੱਥੋਂ ਤੁਹਾਨੂੰ ਸਵਾਲ ਦਾ ਜਵਾਬ ਆਉਣਾ। ਜਦੋਂ ਤੁਹਾਡਾ ਸਿੱਧਾ ਕਨੈਕਸ਼ਨ ਉਹਨਾਂ ਦੇ ਨਾਲ ਹੋ ਗਿਆ, ਫਿਰ ਤੁਸੀਂ ਉਸ ਵਿਗਿਆਨੀ ਨੂੰ ਆਪਣਾ ਸਵਾਲ ਕਰਨਾ ਵੀ ਮੈਂ ਆਹ ਚੀਜ਼ ਦੇਖੀ ਆ, ਇਹਦੇ ਬਾਰੇ ਮੈਨੂੰ ਆਹ ਜਾਣਕਾਰੀ ਦਿਓ, ਤੇ ਵਿਗਿਆਨੀ ਸਾਡੇ ਹਾਜ਼ਰ ਹੋਣਗੇ 2 ਦਿਨ ਕਿਸਾਨ ਮੇਲੇ ਦੇ ਵਿੱਚ, ਸਵੇਰੇ 9 ਤੋਂ 5 ਤੱਕ, ਤੇ ਉਹ ਉਹਨਾਂ ਦੇ ਸਾਰੇ ਸਵਾਲਾਂ ਦੇ ਜਵਾਬ ਅਸੀਂ ਆਨਲਾਈਨ ਉਹਨਾਂ ਦੇ ਕੰਪਿਊਟਰ ਤੇ, ਉਹਨਾਂ ਦੇ ਮੋਬਾਈਲ ਤੇ ਕਿਸਾਨ ਵੀਰਾਂ ਦੇ ਸਕਾਂਗੇ। ਪੰਜਾਬ ਦਾ ਕਿਸਾਨ ਡਾਕਟਰ ਸਾਹਿਬ ਬਹੁਤ ਮਿਹਨਤੀ ਹੈ, ਤੇ ਉਹ ਬੜਾ ਉਹ ਤਮੰਨਾ ਹੁੰਦੀ ਆ ਉਹਦੀ ਵੀ 6 ਮਹੀਨੇ ਮੇਲਾ ਆਵੇ ਤੇ ਮੈਂ ਉੱਥੇ ਜਾਵਾਂ ਤੇ ਉੱਥੋਂ ਬੀਜ ਨਵਾਂ ਲੈ ਕੇ ਆਵਾਂ, ਖੇਤੀ ਸਾਹਿਤ ਨਵਾਂ ਲੈ ਕੇ ਆਵਾਂ, ਤੇ ਇਸੇ ਤਰ੍ਹਾਂ ਹੀ ਸਾਡੇ ਫਰੂਟ ਪਲਾਂਟਸ ਜਿਹੜੇ ਨੇ ਉਹ ਲੈ ਕੇ ਆਵਾਂ। ਸੋ ਡਾਕਟਰ ਸਾਹਿਬ ਗੱਲ ਇਹ ਹੁੰਦੀ ਆ ਕਿ ਹੁਣ ਇਹ ਤੇ ਗੱਲਾਂ ਬਾਤਾਂ ਹੋ ਗਈਆਂ ਵੀ ਤੁਸੀਂ ਉਹਨਾਂ ਫੋਨ ਤੇ ਦੱਸ ਦੋਗੇ ਜਾਂ ਆਪਣੀ ਸਕਰੀਨ ਤੇ ਵੇਖ ਲੂਗਾ। ਹੁਣ ਸਮੱਗਰੀ ਲੈਣੀ ਆ, ਹੁਣ ਉਹਨੇ ਬੀਜ ਲੈਣਾ, ਕਿਉਂਕਿ ਮੇਲਾ ਜਿਹੜਾ ਵਾ ਇਹਦੇ ਵਿੱਚ ਪ੍ਰਦਰਸ਼ਨੀਆਂ ਦਿਖਾਤੀਆਂ ਅਸੀਂ ਸਾਉਣੀ ਦੀਆਂ, ਤੇ ਹਾੜੀ ਦਾ ਉਹਨੇ ਬੀਜ ਲੈਣਾ, ਗਾਂ ਕਣਕ ਵਾਸਤੇ ਉਹ ਬੀਜ ਲੈ ਕੇ ਜਾਂਦਾ। ਅੱਛਾ, ਪਿੰਡਾਂ ਦੇ ਵਿੱਚੋਂ ਟਰੱਕਾਂ ਦੇ ਟਰੱਕ ਆਉਂਦੇ ਰਹੇ ਆ ਤੇ ਬੀਜ ਲੱਦ ਕੇ ਲੈ ਜਾਂਦੇ ਰਹੇ। ਹੁਣ ਉਹ ਬੀਜ ਦਾ ਇੰਤਜ਼ਾਮ ਕਿਵੇਂ ਕਰੂਗਾ? ਕੀ ਉਹ ਤੁਹਾਡੇ ਨਾਲ ਫੋਨ ਤੇ ਕੋਈ ਕਿਸ ਤਰ੍ਹਾਂ ਦਾ ਰਾਬਤਾ ਕਾਇਮ ਕਰੂਗਾ? ਕਿਉਂਕਿ ਬੀਜ ਤੇ ਹੁਣ ਉਹਨਾਂ ਦਾ ਕੰਪਿਊਟਰ 'ਚ ਨਹੀਂ ਉਹਨਾਂ ਕੋਲ ਪਹੁੰਚਣਾ, ਕੋਈ ਬੁਕਿੰਗ ਕਰਾਊਗਾ ਜਾਂ ਕੋਈ ਇਹੋ ਜਿਹੇ ਅਰੇਂਜਮੈਂਟ ਤੁਸੀਂ ਆਪਣਾ ਸਿਸਟਮ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਬਣਾਇਆ ਕਿ ਜਿਹਦੇ ਨਾਲ ਉਹ ਆਪਣੇ ਬੀਜ ਦੀ ਬੁਕਿੰਗ ਕਰ ਲਵੇ। ਇਸ ਵਾਰੀ ਅਸੀਂ ਮਾਰਚ ਦਾ ਮੇਲਾ ਨਹੀਂ ਲਾ ਸਕੇ। ਸਭ ਨੂੰ ਪਤਾ, ਸਾਰੇ ਕਿਸਾਨਾਂ ਨੂੰ ਪਤਾ ਪੰਜਾਬ ਦੇ ਨੂੰ, ਕਿ ਮਾਰਚ ਦਾ ਮੇਲਾ ਨਹੀਂ ਲਾ ਸਕਦੇ, ਕਿਉਂਕਿ ਅਚਾਨਕ ਇਹ ਮਹਾਮਾਰੀ ਆ ਗਈ ਤੇ ਅਚਾਨਕ ਜਿਹੜੀ ਹੈਗੀ ਹੈ ਬੰਦੀ ਕਰਨੀ ਪੈ ਗਈ।
ਤੇ ਮੇਲਾ ਲੱਗ ਨਹੀਂ ਸਕਿਆ। ਤੇ ਉਹਨਾਂ ਹਾਲਾਤਾਂ ਦੇ ਵਿੱਚ ਵੀ ਅਸੀਂ ਸਾਡੇ ਵਿਗਿਆਨੀਆਂ ਨੇ, ਸਾਡੇ ਸਟਾਫ ਨੇ ਜਿਹੜਾ ਝੋਨੇ ਦਾ ਬੀਜ ਸੀਗਾ ਉਹ ਘਰ ਘਰ ਪਹੁੰਚਾਇਆ। ਤੇ ਹਰ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਉੱਤੇ, ਹਰ ਖੇਤਰੀ ਖੋਜ ਕੇਂਦਰ ਦੇ ਉੱਤੇ ਜਿੰਨੀਆਂ PAU ਦੀਆਂ ਦੁਕਾਨਾਂ ਨੇ ਉਹਨਾਂ 'ਤੇ ਅਸੀਂ ਉਹ ਬੀਜ ਉਪਲਬਧ ਕਰਾਇਆ। ਉਹਦੇ ਲਈ ਅਸੀਂ ਇੱਕ ਫਾਰਮ ਇਨਪੁਟਸ ਨਾਂ ਦੀ ਇੱਕ ਐਪ ਬਣਾਈ ਸੀ। ਕਿਸਾਨ ਵੀਰ ਉਸ ਐਪ ਦੇ ਜ਼ਰੀਏ ਇਹ ਦੇਖ ਸਕਦਾ ਹੈ, ਕਿਉਂਕਿ ਉਹਨੂੰ ਸਿਰਫ 2 ਮਿੰਟ ਲੱਗਦੇ ਆ ਦੇਖਣ ਲਈ ਵੀ ਕਿਹੜੀ ਕਿਸਮ ਦਾ ਬੀਜ, ਕਿਹੜੀ ਵੈਰਾਈਟੀ ਦਾ ਬੀਜ, ਕਿਹੜੀ ਫਸਲ ਦਾ ਬੀਜ ਕਿਹੜੇ ਕ੍ਰਿਸ਼ੀ ਵਿਗਿਆਨ 'ਤੇ ਪਿਆ। ਉਹ ਨਾਲ ਹੀ ਉਸ ਕ੍ਰਿਸ਼ੀ ਵਿਗਿਆਨ ਕੇਂਦਰ ਦਾ ਟੈਲੀਫੋਨ ਨੰਬਰ ਉਹਨੂੰ ਮਿਲ ਜਾਊਗਾ ਤੇ ਕਿਸਾਨ ਵੀਰ ਦਾ ਨੰਬਰ ਉਸ ਕ੍ਰਿਸ਼ੀ ਵਿਗਿਆਨ ਕੇਂਦਰ 'ਤੇ ਪਹੁੰਚ ਜਾਣਾ। ਉਹ ਆਪਸ ਦੇ ਵਿੱਚ ਚਾਹੇ ਉਹ ਫੋਨ ਕਰ ਲੈਣ, ਚਾਹੇ ਕਿਸਾਨ ਵੀਰ ਫੋਨ ਕਰ ਲੈਣ, ਉਹ ਆਪਸ ਦੇ ਵਿੱਚ ਸਿੱਧਾ ਰਾਬਤਾ ਕਰਕੇ ਇਹ ਕਰ ਸਕਦੇ ਆ ਫਾਈਨਲ ਵੀ ਕਦੋਂ ਬੀਜ ਚੁੱਕਣ ਆਉਣਾ ਤੇ ਇਹ ਵੀ ਦੱਸਿਆ ਜਾਊਗਾ ਉਹਦੇ ਵਿੱਚ ਵੀ ਬੀਜ ਕਿੰਨੇ ਦਾ ਹੈ। ਇਸੇ ਤਰੀਕੇ ਨਾਲ ਜਿਹੜਾ ਸਾਡਾ ਸਾਹਿਤ ਹੈ, ਸਾਹਿਤ ਦਾ ਵੀ ਆਨਲਾਈਨ ਜਿਹੜੇ ਫਾਰਮ ਇਨਪੁਟ ਦੇ ਨਾਲ ਹੀ ਅਸੀਂ ਪ੍ਰਬੰਧ ਕਰ ਰਹੇ ਹਾਂ ਕਿ ਜੇ ਕਿਸੇ ਕਿਸਾਨ ਵੀਰ ਨੇ ਕੋਈ ਕਿਤਾਬ ਖਰੀਦਣੀ ਆ, ਕੋਈ ਵੀ ਉਹ ਲਿਟਰੇਚਰ ਸਾਹਿਤ ਖਰੀਦਣਾ ਚਾਹੁੰਦਾ ਤਾਂ ਉਹ ਉਹਦੇ ਉੱਤੇ ਮੋਬਾਈਲ ਦੇ ਜ਼ਰੀਏ ਹੀ ਉਹਨੂੰ ਬੁੱਕ ਕਰ ਲੂਗਾ ਤੇ ਉਹ ਬਾਏ ਪੋਸਟ ਉਹਨਾਂ ਦੇ ਘਰ ਪਹੁੰਚ ਜੂਗਾ ਬਾਅਦ ਦੇ ਵਿੱਚ। ਤੇ ਜਿਹੜੀ ਪੇਮੈਂਟ ਹੈਗੀ ਆ ਉਹ ਵੀ ਉਹ ਆਨਲਾਈਨ ਕਰ ਸਕਣਗੇ। ਤਾਂ ਨਾ ਆਉਣ ਦੀ ਲੋੜ ਆ, ਨਾ ਕੈਸ਼ ਚੱਕਣ ਦੀ ਲੋੜ ਆ, ਆਨਲਾਈਨ ਬੁਕਿੰਗ ਕਰਾਉਣੀ ਆ, ਬੈਂਕ ਦੇ ਜ਼ਰੀਏ ਪੈਸੇ ਜਮ੍ਹਾਂ ਹੋ ਜਾਣੇ ਆ ਤੇ ਸਮਾਨ ਜਿਹੜਾ ਹੈਗਾ ਉਹ ਘਰ ਪਹੁੰਚ ਜਾਣਾ। ਡਾਕਟਰ ਸਾਹਿਬ ਇੱਕ ਨਾ ਬੜਾ ਵੱਡਾ ਤੁਸੀਂ ਇਹ ਜਿਹੜਾ ਤੁਹਾਡਾ ਗਰਾਊਂਡ ਆ, ਮੇਲਾ ਗਰਾਊਂਡ, ਉੱਥੇ ਇੱਕ ਬੜੀ ਵੱਡੀ ਪ੍ਰਦਰਸ਼ਨੀ ਲਾਉਂਦੇ ਸੀ। ਉਸ ਪ੍ਰਦਰਸ਼ਨੀ ਦਾ ਮਤਲਬ ਇਹ ਹੁੰਦਾ ਸੀ ਭਾਵੇਂ ਵੱਖਰੀਆਂ ਵੱਖਰੀਆਂ ਪ੍ਰਾਈਵੇਟ ਕੰਪਨੀਆਂ ਆਣ ਕੇ ਆਪਣਾ ਉਹ ਲਾਉਂਦੀਆਂ ਸੀ ਸਟਾਲ, ਤੇ ਕਿਸਾਨ ਨੂੰ ਉੱਥੇ ਆ ਕੇ ਨਾ ਬਹੁਤ ਕੁਝ ਵੇਖਣ ਨੂੰ ਮਿਲਦਾ ਸੀ। ਕਈ ਆਪਣਾ ਮੂਡ ਚੇਂਜ ਕਰਦੇ ਉੱਥੇ ਆ ਕੇ ਵੀ ਮੇਰੇ ਕੋਲੇ 35 ਹਾਰਸ ਪਾਵਰ ਦਾ ਟਰੈਕਟਰ ਆ, ਜੇ ਮੈਂ ਬਦਲ ਕੇ ਆ ਲੈ ਲਾਂ, ਮੇਰੇ ਕੋਲੇ ਸੁਪਰ ਸੀਡਰ ਜਿਹੜਾ ਵਾ ਉਹ ਮਿਲ ਜਾਵੇ, ਮੈਨੂੰ ਹੈਪੀ ਸੀਡਰ ਮਿਲ ਜਾਵੇ, ਮੈਂ ਮਤਲਬ ਉਹ ਟੈਕਨੋਲੋਜੀ ਬੜੀ ਆਣ ਕੇ ਵੇਖਦੇ ਸੀ। ਉਹਦੀ ਪ੍ਰਦਰਸ਼ਨੀ ਦੀ ਆਪਾਂ ਕਿਵੇਂ ਗੱਲਬਾਤ ਕਰਾਂਗੇ, ਕਿਉਂਕਿ ਜਦੋਂ ਇਸ ਮੇਲੇ ਦੇ ਵਿੱਚ ਇੰਡਸਟਰੀਲਿਸਟ ਆਉਂਦੇ ਨੇ ਤੇ ਮੈਂ ਦੇਖਿਆ ਕਿ ਉਹ 10-15% ਰੇਟ ਘਟਾ ਕੇ ਤੇ ਸਾਡੇ ਕਿਸਾਨ ਮੇਲੇ ਦਾ ਫਾਇਦਾ ਲੈਂਦੇ ਆ ਔਰ ਬਹੁਤ ਜ਼ਿਆਦਾ ਕਿਸਾਨ ਜਿਹੜੇ ਆ ਉਹਦੇ ਨਾਲ ਜੁੜਦੇ ਆ। ਉਹਦੇ ਬਾਰੇ ਵੀ ਕੋਈ ਯੋਜਨਾ ਤੁਸੀਂ ਘੜੀ ਆ ਜਿਹਦੇ ਨਾਲ ਸਾਡੇ ਕਿਸਾਨ ਭਰਾ ਇਹ ਫੀਲ ਕਰਨ ਲੈ ਪਈ ਮੈਂ ਤੇ ਐਗਰੋ ਇੰਡਸਟਰੀਅਲ ਐਗਜੀਬਿਸ਼ਨ ਦਾ ਵੀ ਪੂਰਾ ਫਾਇਦਾ ਲੈ ਲਿਆ। ਮੇਲੇ ਦੇ ਮੁੱਖ ਤੌਰ ਤੇ 2 ਹਿੱਸੇ ਹੁੰਦੇ ਆ, ਇੱਕ PAU ਦੀਆਂ ਪ੍ਰਦਰਸ਼ਨੀਆਂ, PAU ਦੇ ਸਟਾਲ ਜਿੱਥੇ ਵਿਗਿਆਨੀ ਜਾਣਕਾਰੀ ਦਿੰਦੇ ਆ, ਦੂਸਰਾ ਸਾਡੀ ਇੰਡਸਟਰੀ ਭਾਈਵਾਲ ਜਿਹੜੇ ਹੈਗੇ ਆ ਜਿੱਥੋਂ ਸਾਨੂੰ ਸਮਾਨ ਮਿਲਣਾ, ਚਾਹੇ ਉਹ ਖੇਤੀ ਮਸ਼ੀਨਰੀ ਆ, ਚਾਹੇ ਉਹ ਹੋਰ ਔਜ਼ਾਰ ਨੇ, ਉਹ ਮਿਲਦੇ ਹੈਗੇ ਆ। ਅਸੀਂ ਜਿਹੜੀ ਖੇਤੀਬਾੜੀ ਇੰਡਸਟਰੀ ਆ, ਚਾਹੇ ਉਹ ਟਰੈਕਟਰ ਇੰਡਸਟਰੀ ਆ, ਚਾਹੇ ਹੁਣ ਜਿਹੜੀਆਂ ਆਉਣ ਵਾਲੇ ਸੀਜ਼ਨ ਦੇ ਵਿੱਚ ਮਸ਼ੀਨਾਂ ਦੀ ਜ਼ਰੂਰਤ ਪੈਣੀ ਆ, ਉਹ ਕੋਈ ਵੀ ਇੰਡਸਟਰੀ ਆ, ਅਸੀਂ ਉਹਨਾਂ ਦੇ ਨਾਲ ਵੀ ਰਾਬਤਾ ਕਾਇਮ ਕੀਤਾ। ਅਸੀਂ ਵੱਧ ਤੋਂ ਵੱਧ ਇੰਡਸਟਰੀ ਨੂੰ ਇਸ ਮੇਲੇ ਦੇ ਵਿੱਚ ਲੈ ਕੇ ਆ ਰਹੇ ਹਾਂ। ਤਾਂ ਉਹ ਜਿਸ ਤਰ੍ਹਾਂ ਕੋਈ ਕਿਸਾਨ ਵੀਰ ਕਿਸੇ ਵੀ ਵਿਸ਼ੇ ਦੇ ਉੱਤੇ ਕਿਸੇ ਵੀ ਵਿਗਿਆਨੀ ਨਾਲ ਗੱਲ ਕਰ ਸਕਦਾ, ਉਸੇ ਤਰੀਕੇ ਨਾਲ ਆਪਣੀ ਮਨਪਸੰਦ ਦੀ ਉਹ ਮਸ਼ੀਨਰੀ ਵੀ ਉੱਥੇ ਲੱਭ ਸਕੂਗਾ ਤੇ ਉਸ ਲਿੰਕ ਦੇ ਜ਼ਰੀਏ ਉਹ ਉਸ ਮਸ਼ੀਨਰੀ ਦੇ ਮਾਲਕ ਤੱਕ ਜਾਂ ਉਹਦੇ ਜਿਹੜੇ ਵਿਕਰੇਤਾ ਕੇਂਦਰ ਨੇ ਜਾਂ ਡੀਲਰ ਵਗੈਰਾ ਹੁੰਦੇ ਆ ਉਹਨਾਂ ਤੱਕ ਪਹੁੰਚ ਸਕੇਗਾ ਤੇ ਉਹਨਾਂ ਦੇ ਨਾਲ ਉਹ ਗੱਲਬਾਤ ਕਰ ਸਕਦੇ ਆ ਕਿ ਸਾਨੂੰ ਆਹ ਮਸ਼ੀਨ ਚਾਹੀਦੀ ਆ ਭਾਈ, ਕਿੰਨੇ ਭਾਅ ਦੀ ਆ, ਕਦੋਂ ਮਿਲੂਗੀ, ਤੇ ਉਹਨਾਂ ਦੇ ਇੰਡਸਟਰੀ ਨੂੰ ਵੀ ਅਸੀਂ ਇਹ ਮੇਲੇ ਦਾ ਹਿੱਸਾ ਬਣਾ ਰਹੇ ਹਾਂ। ਡਾਕਟਰ ਸਾਹਿਬ ਇੱਕ ਗੱਲ ਇਹ ਆਉਂਦੀ ਆ ਵੀ ਕਈ ਕਿਸਾਨ ਭਰਾ ਨਾ ਬੜੇ ਉਹਨਾਂ ਦੀ ਤਮੰਨਾ ਹੁੰਦੀ ਸੀ, ਉਹਨਾਂ ਨੇ ਬੜੇ ਵੱਡੇ ਗੰਨੇ ਤੇ ਬੜੇ ਵੱਡੇ ਕੱਦੂ ਤੇ ਕਹਿਣ ਦਾ ਭਾਵ ਵੀ ਉਹਨਾਂ ਦੀ ਜਿਹੜੀ ਜਿਣਸ ਹੁੰਦੀ ਸੀ ਨਾ, ਉਹ ਜਿਣਸ ਇੱਥੇ ਲੈ ਕੇ ਆਉਂਦੇ ਸੀ, ਜਿਹੜੇ ਨਾ ਬਾਕੀ ਕਿਸਾਨਾਂ ਦੀ ਵਾਸਤੇ ਬੜਾ ਇੱਕ ਚਾਨਣ ਮਨਾਰਾ ਬਣ ਜਾਂਦਾ ਸੀਗਾ ਕਿ ਆਹ ਵੇਖੋ ਵੀ ਇਹਦੀ ਪ੍ਰੋਡਿਊਸ ਕਿੱਡੀ ਵੱਡੀ ਆ। ਕਿ ਆਪਾਂ ਕੁਛ ਇਹੋ ਜਿਹਾ ਵੀ ਸੋਚ ਰਹੇ ਹਾਂ ਕਿਉਂਕਿ ਤੁਹਾਡਾ ਨੈਟਵਰਕ ਜਿਹੜਾ ਵਾ ਉਹ ਬੜਾ ਜ਼ਿਆਦਾ ਖੇਤੀ ਪਸਾਰ ਸੇਵਾਵਾਂ ਦਾ ਕ੍ਰਿਸ਼ੀ ਵਿਗਿਆਨ ਕੇਂਦਰ ਆ ਜਿਹਦੇ ਕੋਲੇ ਜ਼ਿਲ੍ਹਾ ਹੁੰਦਾ, ਤੇ ਮੈਨੂੰ ਲੱਗਦਾ ਹਰ ਪਿੰਡ ਦੇ ਵਿੱਚ ਤੁਹਾਡਾ ਨਾ ਐਗਰੀ ਇਨਵੈਸਟਰ ਬੈਠਾ, ਤੁਹਾਡਾ ਲਿੰਕ ਬੰਦਾ ਬੈਠਾ ਵਾ, ਤੇ ਕੀ ਉਹਦੇ ਬਾਰੇ ਵੀ ਕੋਈ ਸੋਚ ਰਹੇ ਹੋ ਕਿ ਕਿਹੜੇ ਪਿੰਡ ਦੇ ਵਿੱਚ ਕੋਈ ਫਾਰਮਰ ਤੁਹਾਨੂੰ ਉਹ ਕੋਈ ਆਪਣੀ ਪ੍ਰੋਡਿਊਸ ਦੇਣੀ ਚਾਹੁੰਦਾ ਵੀ ਆਹ ਲਓ ਜੀ ਮੈਨੂੰ ਕੁਛ ਲੋਕਾਂ ਨੂੰ ਦੱਸੋ ਜਾਂ ਮੈਨੂੰ ਕੋਈ ਨਾਮ ਦਿਓ, ਤੇ ਇਹਦੇ ਬਾਰੇ ਵੀ ਕੁਛ ਸੋਚ ਰਹੇ ਹੋ? ਜਿਹੜੇ ਸਾਡੇ ਕਿਸਾਨ ਨੇ ਅਸੀਂ ਉਹਨਾਂ ਨੂੰ
ਐਜ਼ ਮਾਹਰ ਵੀ ਇਸ ਮੇਲੇ ਦਾ ਹਿੱਸਾ ਬਣਾਉਣ ਜਾ ਰਹੇ ਹਾਂ। ਉਹਦੇ ਵਿੱਚ ਕੀ ਹੋਏਗਾ ਕਿ ਇੱਕ ਤਾਂ ਸਾਡੇ ਕਿਸਾਨ ਵੀਰ ਜਿਹੜੇ ਮੇਲਾ ਦੇਖਣ ਆਉਂਦੇ ਆ, ਦੂਜਾ ਉਹ ਸਾਡੇ ਕਿਸਾਨ ਵੀਰ ਜਿਹੜੇ ਅਗਾਂਹ ਵਧੂ ਨੇ, ਵਧੀਆ ਤਰੀਕੇ ਨਾਲ ਵਿਗਿਆਨਕ ਤਰੀਕੇ ਨਾਲ ਖੇਤੀ ਕਰਦੇ ਆ ਅਤੇ ਉਹ ਵਧੀਆ ਫਸਲਾਂ ਪੈਦਾ ਕਰ ਰਹੇ ਆ, ਉਹ ਆਪਣੀਆਂ ਪ੍ਰਦਰਸ਼ਨੀਆਂ ਜਾਂ ਆਪਣੀਆਂ ਚੀਜ਼ਾਂ ਦਿਖਾਉਂਦੇ ਸੀ। ਜਿਵੇਂ ਜਿਹੜੇ ਹੈਗੇ ਨੇ ਆਪਣੇ ਸੈਲਫ ਹੈਲਪ ਗਰੁੱਪ ਨੇ, ਉਹ ਵੀ ਆ ਕੇ ਆਪਣੀਆਂ ਪ੍ਰਦਰਸ਼ਨੀਆਂ ਲਾਉਂਦੇ ਸੀ। ਸੋ ਅਸੀਂ ਉਹਨਾਂ ਨੂੰ ਵੀ ਇਸ ਦੇ ਵਿੱਚ ਰੱਖਿਆ, ਉਹ ਕਿਸਾਨ ਵੀਰ ਦੀ ਗੱਲ ਵੀ ਦੂਜੇ ਕਿਸਾਨ ਵੀਰ ਸੁਣ ਸਕਣਗੇ। ਤਾਂ ਉੱਥੇ ਮੇਲੇ ਦੀ ਜਿਹੜੀ ਮੇਨ ਸਕਰੀਨ ਹੋਏਗੀ, ਉੱਥੇ ਇੱਕ ਲਿੰਕ ਹੋਏਗਾ ਕਿ ਕਿਸਾਨ ਵੀਰਾਂ ਦੀਆਂ ਗੱਲ ਸੁਣੋ, ਕਿਸਾਨ ਵੀਰਾਂ ਦੀ ਨਾਲ ਸਲਾਹ ਮਸ਼ਵਰਾ ਕਰੋ। ਤਾਂ ਉੱਥੇ ਉਹ ਜਿਹੜੇ ਅਗਾਂਹ ਵਧੂ ਕਿਸਾਨ ਵੀਰ ਨੇ, ਜਿਹੜੇ ਕਿੰਨੇ ਸਾਲਾਂ ਤੋਂ ਉਦਾਹਰਨ ਦੇ ਤੌਰ 'ਤੇ ਪਰਾਲੀ ਨੂੰ ਅੱਗ ਨਹੀਂ ਲਾਉਂਦੇ, ਜਿਨ੍ਹਾਂ ਨੇ ਘੱਟ ਤੋਂ ਘੱਟ ਪਾਣੀ ਨਾਲ ਨਵੀਆਂ ਫਸਲਾਂ ਜਿਹੜੀਆਂ ਥੋੜ੍ਹੇ ਸਮੇਂ 'ਚ ਪੱਕਣ ਵਾਲੀਆਂ ਝੋਨੇ ਦੀਆਂ ਫਸਲਾਂ ਉਹ ਨਹੀਂ ਲਾਉਂਦੇ, ਉਹ ਲਾ ਰਹੇ ਨੇ, ਉਹਨਾਂ ਨੂੰ ਵੀ ਕਿਸਾਨਾਂ ਦੇ ਰੂਬਰੂ ਕਰਾਂਗੇ। ਉੱਥੇ ਜਾ ਕੇ ਕਿਸਾਨ ਜਿਹੜੇ ਮੇਲਾ ਦੇਖਣ ਆਉਣਗੇ, ਔਨਲਾਈਨ ਮੇਲਾ ਦੇਖਣ ਆਉਣਗੇ, ਉਹ ਲੱਭ ਸਕਣਗੇ ਕਿ ਕਿਹੜਾ ਕਿਸਾਨ ਵੀਰ ਕਿਹੜੀ ਫਸਲ ਦਾ ਮਾਹਰ ਇੱਥੇ ਦਿਖਾਇਆ ਜਾ ਰਿਹਾ ਹੈ। ਤਾਂ ਉਸ ਕਿਸਾਨ ਵੀਰ ਦੇ ਨਾਲ ਸਿੱਧੀ ਗੱਲਬਾਤ ਕਰਕੇ ਉਹਦੇ ਵਿਚਾਰ ਸੁਣ ਸਕਣਗੇ। ਸੋ ਉਹ ਇੰਤਜ਼ਾਮ ਵੀ ਹੈ ਕਿ ਮੇਲੇ ਦਾ ਹਿੱਸਾ ਮਾਹਰ ਕਿਸਾਨ ਵੀ ਹੋਣਗੇ। ਹੁਣ ਕਈ ਕਿਸਾਨ ਸਾਡੇ ਜਿਹੜੇ ਆ ਉਹ ਪੜ੍ਹੇ ਲਿਖੇ ਘੱਟ ਆ, ਤੇ ਚਲੋ ਪ੍ਰਮਾਤਮਾ ਦੀ ਕਿਰਪਾ ਨੇ ਨਾਲ ਹੁਣ ਵੈਸੇ ਉਹਨਾਂ ਦੇ ਬੱਚੇ ਪੜ੍ਹੇ ਲਿਖੇ ਆ, ਤੇ ਚਲੋ ਜੇ ਉਹ ਆਪ ਉਹਨੂੰ ਚਲਾਉਣਾ ਚਾਹੁੰਦੇ ਨੇ ਕਿ ਇਹ ਸਾਰਾ ਸਿਸਟਮ ਤੁਸੀਂ ਇੰਗਲਿਸ਼ ਦੇ ਵਿੱਚ ਬਣਾਓਗੇ, ਅੰਗਰੇਜ਼ੀ 'ਚ ਬਣਾਓਗੇ ਜਾਂ ਕੁਝ ਪੰਜਾਬੀ 'ਚ ਬਣਾਓਗੇ, ਤੇ ਕਿਸ ਤਰ੍ਹਾਂ ਵੱਖਰੇ ਵੱਖਰੇ ਲਿੰਕ ਜਿਹੜੇ ਆ, ਜਿਵੇਂ ਤੁਸੀਂ ਗੱਲ ਕੀਤੀ ਆ ਕਿ ਪਰਾਲੀ ਦੀ ਸਾਂਭ ਸੰਭਾਲ ਜਾਂ ਫਸਲਾਂ ਦੀ ਰਹਿੰਦ ਖੂੰਹਦ ਦੀ ਸਾਂਭ ਸੰਭਾਲ, ਇਹਦੇ ਬਾਰੇ ਉਹਨੇ ਜਾਣਾ ਤੇ ਉਸ ਵਿਗਿਆਨੀ ਨਾਲ ਗੱਲ ਕਰਨੀ ਆ ਵੀ ਮੈਂ ਕਿੱਦਾਂ ਸਾਂਭਾਂ, ਤੇ ਤੁਸੀਂ ਕਿਹੜਾ ਉਹਨੂੰ ਕੋਈ ਲਿੰਕ ਦਿਓਗੇ ਵੀ ਉੱਥੇ ਉਹ ਕਲਿੱਕ ਕਰੇ ਤੇ ਸਿੱਧੀ ਗੱਲਬਾਤ ਜਿਹੜੀ ਆ ਉਹ ਉਸ ਮਹਿਕਮੇ ਦੇ ਨਾਲ ਜੁੜ ਜਾਵੇ ਤੇ ਉਹਦੀ ਪ੍ਰੋਬਲਮ ਜਿਹੜੀ ਆ ਉਹ ਸੋਲਵ ਹੋ ਜੇ। ਇਹਦੇ ਬਾਰੇ ਵੀ ਤੁਸੀਂ ਥੋੜ੍ਹਾ ਜਿਹਾ ਜਾਣਕਾਰੀ ਦੇ ਦਿਓ। ਬਹੁਤੇ ਕਿਸਾਨ ਤਾਂ ਹੁਣ ਮੋਬਾਈਲ ਫੋਨ ਵਰਤਦੇ ਆ, ਪਰ ਜੇ ਕੋਈ ਕਿਸਾਨ ਵੀ ਬਹੁਤਾ ਪੜ੍ਹਿਆ ਲਿਖਿਆ ਨਹੀਂ ਵੀ ਹੈਗਾ ਤਾਂ ਵੀ ਇਹ 'ਚ ਕੋਈ ਮੁਸ਼ਕਿਲ ਕੰਮ ਨਹੀਂ, ਉਹ ਕਿਸੇ ਵੀ ਨੌਜਵਾਨ ਦੀ ਮਦਦ ਲੈ ਸਕਦੇ ਆ, ਜਾਂ ਸਾਡੇ ਜਿਵੇਂ ਕ੍ਰਿਸ਼ੀ ਵਿਗਿਆਨ ਕੇਂਦਰ ਨੇ ਜਾਂ ਕਿਸੇ ਵੀ ਯੂਨੀਵਰਸਿਟੀ ਦੇ ਫ਼ੋਨ ਨੰਬਰ 'ਤੇ ਕਾਲ ਕਰਕੇ ਉਹ ਇਸ ਮਦਦ ਲੈ ਸਕਦੇ ਆ। ਜਿਹੜਾ ਮੇਲੇ ਦਾ ਮੇਨ ਲਿੰਕ ਹੋਏਗਾ, ਕਿਉਂਕਿ ਇੰਟਰਨੈੱਟ ਦੇ ਜ਼ਰੀਏ ਉਹਨਾਂ ਨੇ ਮੇਲੇ ਦੇ ਨਾਲ ਜੁੜਨਾ ਹੈ, ਉਹ ਜਿਹੜਾ ਮੇਨ ਲਿੰਕ ਹੋਏਗਾ ਉਹ kisanmela.pau.edu kisanmela.pau.edu ਹੋਵੇਗਾ। ਅਤੇ ਉਸ ਲਿੰਕ ਦੇ ਜ਼ਰੀਏ ਜਿਹੜੇ ਹੈਗੇ ਨੇ ਕਿਸਾਨ ਵੀਰ ਮੇਲੇ ਦੇ ਵਿੱਚ ਆ ਜਾਣਗੇ। ਪਰ ਜਦੋਂ ਉਹ ਮੇਲੇ ਦੀ ਸਕਰੀਨ ਖੁੱਲ੍ਹ ਗਈ ਫਿਰ ਉੱਥੇ ਬਹੁਤੀਆਂ ਚੀਜ਼ਾਂ ਪੰਜਾਬੀ 'ਚ ਹੋਣਗੀਆਂ, ਸਾਡੇ ਮਾਹਰ ਵੀ ਜਿਹੜਾ ਜਵਾਬ ਉਹ ਪੰਜਾਬੀ 'ਚ ਦੇਣਗੇ, ਤਾਂ ਉੱਥੇ ਸਾਰਾ ਕੰਮ ਪੰਜਾਬੀ ਦੇ ਵਿੱਚ ਸ਼ੁਰੂ ਹੋ ਜਾਏਗਾ। ਜਿਵੇਂ ਤੁਸੀਂ ਉਦਾਹਰਨ ਦੇ ਤੌਰ 'ਤੇ ਕਿਹਾ ਕਿ ਝੋਨੇ ਬਾਰੇ ਝੋਨੇ ਦੀ ਪ੍ਰਦਰਸ਼ਨੀ ਦੇਖਣੀ ਆ ਜਾਂ ਕਣਕ ਦੀ ਉਹਨਾਂ ਨੇ ਕਿਸਮ ਦੀ ਗੱਲ ਕਰਨੀ ਆ, ਤਾਂ ਉੱਥੇ ਕਿਸਮਾਂ ਲਿਖ ਕੇ ਫਸਲਾਂ ਦੀਆਂ ਕਿਸਮਾਂ, ਉੱਥੇ ਜਿੱਦਾਂ ਬੱਲੀ ਬਣੀ ਆ, ਜਾਂ ਕਿਸੇ ਨੇ ਮਸ਼ੀਨਰੀ ਦੇਖਣੀ ਆ, ਉੱਥੇ ਖੇਤੀ ਮਸ਼ੀਨਰੀ ਨਾਲ ਇੱਕ ਛੋਟੀ ਜਿਹੀ ਕਿਸੇ ਟਰੈਕਟਰ ਦੀ ਫੋਟੋ ਬਣੀ ਆ, ਉੱਥੇ ਜਦੋਂ ਲਿੰਕ ਕਰਨਗੇ ਤਾਂ ਆਪਣੇ ਆਪ ਉਹਨਾਂ ਲਈ ਉਹ ਖਿੜਕੀ ਖੁੱਲ੍ਹ ਜਾਣੀ ਆ ਜਿੱਥੇ ਉਹਨਾਂ ਦੀ ਲੋੜੀਂਦੀ ਜਿਹੜੀ ਹੈਗੀ ਆ ਉਹ ਚੀਜ਼ ਮਿਲ ਸਕਦੀ ਆ। ਅਤੇ ਮੈਂ ਤਾਂ ਕਿਸਾਨ ਵੀਰਾਂ ਨੂੰ ਇਹ ਕਹੂੰਗਾ ਕਿ ਇੱਕ ਦੂਜੇ ਤੋਂ ਦੂਰੀ ਰੱਖ ਕੇ ਜੇ 4-5 ਕਿਸਾਨ ਇਕੱਠੇ ਬੈਠ ਕੇ ਇੱਕ ਟੈਲੀਵਿਜ਼ਨ ਲਗਾ ਕੇ ਇੱਕ ਵੱਡਾ ਕੰਪਿਊਟਰ ਸਕਰੀਨ ਲਾ ਕੇ ਮੇਲੇ 'ਚ ਹਿੱਸਾ ਲੈਣ ਤਾਂ ਉਹ ਇੱਕ ਦੂਜੇ ਦੇ ਨਾਲ ਸਲਾਹ ਮਸ਼ਵਰਾ ਕਰਕੇ ਹੋਰ ਇਹਦੇ ਅੰਦਰ ਡੂੰਘਾ ਜਾ ਸਕਦੇ ਆ। ਤਾਂ ਇਹਦੇ 'ਚ ਕੋਈ ਹੱਦ ਨਹੀਂ ਹੈ ਕਿ ਕਿੱਥੋਂ ਤੱਕ ਕੋਈ ਕਿਸਾਨ ਇਸ ਵਰਚੁਅਲ ਮੇਲੇ ਦੇ ਵਿੱਚ ਜਾਣਕਾਰੀ ਲੈ ਸਕਦਾ। ਹਾਂ, ਜੇ ਕੋਈ ਕਿਸਾਨ ਵੀਰ ਨੂੰ ਬਿਲਕੁਲ ਇੰਟਰਨੈਟ ਬਾਰੇ ਨਹੀਂ ਪਤਾ ਤਾਂ ਉਹਨਾਂ ਨੂੰ ਮੇਰੀ ਬੇਨਤੀ ਹੈ ਹੱਥ ਜੋੜ ਕੇ ਤਾਂ ਕਿਸੇ ਨਾ ਕਿਸੇ ਨੌਜਵਾਨ ਦਾ ਜਾਂ ਆਪਣੇ ਆਸ-ਪਾਸ ਦੇ ਵਿੱਚ ਤੁਹਾਨੂੰ ਪੜ੍ਹੇ ਲਿਖੇ ਪਿੰਡ ਦਾ ਕੋਈ ਮਾਸਟਰ ਹੈ, ਕੋਈ ਡਾਕੀਆ ਹੈ, ਉਹਨਾਂ ਦੀ ਮਦਦ ਲੈ ਕੇ ਉਹ ਇਹਨੂੰ ਦੇਖ ਸਕਦੇ ਆ। ਇਹਦੇ 'ਚ ਔਖਾ ਕੁਝ ਨਹੀਂ ਹੈ। 18-19 ਤਰੀਕ ਨੂੰ ਸਾਡੇ ਨਾਲ ਜੁੜ ਕੇ kisanmela.pau.edu ਤੇ ਸਾਡੇ ਨਾਲ ਜੁੜ ਕੇ ਸਾਡੇ ਇਸ ਮੇਲੇ ਦਾ ਪੂਰਾ ਫਾਇਦਾ ਲੈਣ। ਔਰ ਜਿਵੇਂ ਸਿਖਲਾਈ ਪ੍ਰੋਗਰਾਮ ਵੀ ਸਾਡੇ ਮਈ ਤੋਂ ਹੀ ਚੱਲ ਰਹੇ ਨੇ, ਦੇਖ ਲਓ, ਤੁਹਾਡੇ ਨਾਲ ਜੁੜੇ ਹੋਏ ਆ। ਔਰ ਇਸੇ ਤਰ੍ਹਾਂ ਹੀ ਤੁਸੀਂ ਇਸ ਮੇਲੇ ਦਾ ਵੀ ਫਾਇਦਾ ਲਓ ਤਾਂ ਕਿ ਆਪਾਂ ਆਪਣੀ ਖੇਤੀ ਨੂੰ ਪ੍ਰਫੁੱਲਿਤ ਕਰ ਸਕੀਏ, ਵੱਧ ਤੋਂ ਵੱਧ ਪੈਦਾਵਾਰ ਲੈ ਕੇ ਤੇ ਚੰਗਾ ਮੁਨਾਫਾ ਜਿਹੜਾ ਉਹ ਕਮਾ ਸਕੀਏ। ਸੋ ਡਾਕਟਰ ਮਾਲ ਸਾਹਿਬ, ਸਾਡੇ ਕਿਸਾਨ ਦੋਸਤਾਂ ਨਾਲ ਗੱਲਬਾਤ ਕਰ ਲਈ, ਤੁਹਾਡਾ ਬਹੁਤ ਧੰਨਵਾਦ। ਥੈਂਕ ਯੂ, ਮਿਹਰਬਾਨੀ।
भारत एक कृषि प्रधान देश है। भारतीय अर्थव्यवस्था में कृषि एक मुख्य स्तंभ की तरह है और हमारे किसान अन्नदाता। लेकिन कभी कभी प्रकृति के सख्त तेवर के कारण हमारे किसानों को उचित कृषि उत्पाद हासिल नहीं हो पाता। ऐसी स्थिति में उन्हें सुरक्षित रखने के लिए प्रधानमंत्री फसल बीमा योजना प्रदान की गई है। प्रधानमंत्री फसल बीमा योजना को किसानों तक पहुंचाना और उन्हें लाभान्वित करने का काम बैंक और राज्य स्तरीय बैंकर समितियां यानी SLBC की हैं। इनमें सार्वजनिक और निजी वाणिज्यिक बैंक के अलावा क्षेत्रीय, ग्रामीण, सहकारी बैंक के साथ साथ कई प्राथमिक कृषि सहकारी ऋण समितियों को भी शामिल किया गया है। इस योजना का लाभ उठाने के लिए किसानों का नामांकन जरूरी है। इस समय 540 बैंक की 1.5 लाख शाखा के द्वारा किसानों का नामांकन किया जा रहा है। प्रधानमंत्री फसल बीमा योजना एक कारगर उपाय है। यह हमारे लिए सुरक्षा कवच की तरह है। फसल अगर बर्बाद भी हुई तो भी हमें मुआवजा मिल जाता है। जमीनी स्तर पर की गई समीक्षा और अध्ययन के आधार पर कृषि मंत्रालय भारत सरकार की योजना प्रधानमंत्री फसल बीमा योजना में कई बदलाव किए गए हैं। इस बदलाव के कारण किसानों की समस्याओं का निदान कर उन्हें और सशक्त बनाया जा सकेगा। इसके अलावा SLBC और बैंकों के कार्यों और भूमिकाओं को और अधिक विस्तृत किया गया है। इसके अंतर्गत प्रधानमंत्री फसल बीमा योजना में किसानों का नामांकन अब उनकी इच्छा पर निर्भर है। वो नामांकन के लिए स्वतंत्र हैं। योजना के बेहतर कार्यान्वयन के लिए बैंकों के कार्यों में किसान अकाउंट के दावे का निपटान, ऋणी किसानों का प्रीमियम काटना और गैर ऋणी किसानों से प्रीमियम जमा करवाकर बीमा कंपनी को भेजना, राष्ट्रीय फसल बीमा पोर्टल पर किसानों के विवरण की अपलोडिंग, फसल हानि की समीक्षा को सुनिश्चित करना और किसानों की फसल हानि की सूचना बीमा कंपनी तक पहुंचाने का काम भी बैंकों के द्वारा ही किया जाएगा। इसी प्रकार योजना को क्रियान्वित करने वाले बैंक योजना से संबंधित विशेष जागरूकता अभियान को समय समय पर ऋणी और गैर ऋणी किसानों के लिए आयोजित करेंगे। ऋणी किसानों को योजना में भाग लेने के लिए उन्हें कॉल या SMS के द्वारा भी संपर्क और सूचित किया जाएगा। नामांकन की सुविधा के लिए जन धन खाता या बचत खाते का होना जरूरी है। गैर ऋणी किसानों का बैंक में खाता मौजूद नहीं है तो पहले उनका बचत खाता खोलकर सभी सुविधाएं दी जाएंगी। बैंक की शाखाओं को घोषणा पत्र की हार्ड और सॉफ्ट कॉपी को भविष्य में पत्राचार के लिए संभाल कर रखना होगा और उसकी एक कॉपी या एक्नॉलेजमेंट किसान के हवाले किया जाएगा। नामांकन के लिए कट ऑफ डेट से 2 दिन पहले तक बीमा के लिए फसल का नाम बदलने का प्रावधान होगा। बैंक की शाखाएं नेशनल क्रॉप इंश्योरेंस पोर्टल पर सभी विवरण भी दर्ज करेंगी। सभी किसानों और विशेष ऋणी किसानों के आधार नंबर को जांचकर बैंक द्वारा अपडेट किया जाएगा। राज्य और जिला अधिकारी संबंधित एजेंसी और बीमा कंपनी के समक्ष किसानों को शिकायतों की सुविधा प्रदान करने का काम भी बैंकों के द्वारा किया जाएगा। SLBC बैंकों के लिए स्थापित एक शीर्ष संस्था है। यह संस्था राज्य सरकार और भारत सरकार के साथ समन्वय स्थापित कर सदस्य बैंकों के द्वारा प्रधानमंत्री फसल बीमा योजना को क्रियान्वित कर भारत के किसानों को सशक्त करने का काम कर रही है और उसका सीधा लाभ हमारे देश के किसानों तक पहुंचाया जा रहा है। सशक्त किसान, देश की शान।